9,000 रुपया इन्होंने मेरे को पहले विकास ने लिया। इन्हें शादी ते जाना था, और मेरी मौत जिंदगी का सवाल है। इन्हों के हाथ वास्ते मैं मर गया, तो इन्हों के हाथ वास्ते विकास ने जो किया, विकास ने किया मेरे नाल। 5 ਲੱਖ ਖਾਣ ਦੀ ਖਾਤਰ ਇਹਨੇ ਮੇਰੇ ਬੇਟੇ ਨੂੰ ਤੇਜ਼ਾਬ ਦਿੱਤਾ। एक शागिर्द को सिर्फ 5 लाख के लालच में आके तेजाब पिलाकर सड़क पर फेंक दिया जाता है। इससे पहले उस बच्चे का अपनी बेटी के साथ चक्कर भी चलवाया जाता है। ਐਮਰਜੈਂਸੀ ਦੇ ਵਿੱਚ ਜਦੋਂ ਡਾਕਟਰ ਆਏ ਨੇ, ਮੈਂ ਉਹਨਾਂ ਨੂੰ ਪੁੱਛਿਆ ਤਾਂ ਉਹਨਾਂ ਕਿਹਾ ਜਿੰਨੇ ਕੋਈ ਜ਼ਹਿਰੀਲੀ ਚੀਜ਼ ਖਾਧੀ ਹੋਈ। ਮੈਂ ਆਪਣੇ ਬੇਟੇ ਨੂੰ ਪੁੱਛਿਆ ਕਿ ਤੈਨੂੰ ਕੀ ਹੋਇਆ? ਉਹਨੇ ਕਿਹਾ ਜੀ ਮਾਂ ਜੀ ਮੈਨੂੰ 5 ਲੱਖ ਦੀ ਖਾਤਰ ਠੇਕੇਦਾਰ ਨੇ ਪਾਣੀ ਦੇ ਵਿੱਚ ਮੈਨੂੰ ਤੇਜ਼ਾਬ ਪਿਆ ਦਿੱਤਾ। ਮੈਨੂੰ ਤਾਂ ਕਹਿੰਦੇ ਸੀ ਮੈਂ ਪਲਾਜ਼ੇ 'ਚ ਸੌਣਾ, ਮੈਂ ਉੱਥੇ ਹੀ ਰਹਿਣਾ। ਤੇ ਰਹਿੰਦਾ ਠੇਕੇਦਾਰ ਕੋਲ ਹੈ ਸੀ। ਜਿਹੜੇ ਦਿਨਾਂ ਦੇ ਵਿੱਚ ਉਹਨਾਂ ਤੇਜ਼ਾਬ ਪਿਆ, ਉਸ ਦਿਨਾਂ ਦੇ ਵਿੱਚ ਉਹਦੀ ਸ਼ਾਦੀ ਸੀ, ਘਰ ਤਿਆਰੀਆਂ ਹੁੰਦੀਆਂ ਪਈਆਂ ਸ਼ਾਦੀ ਦੀਆਂ। जिस दिन थाने में हम पकड़वा के लाए हैं तो उसने मतलब बड़ा अकड़ के हमें कहा है कि बस ऐसे तुसी करना सी कर ले, हुण असीं आपे निकल जावांगे। 302 की FIR, नॉमिनेट मुलजम है, कोई SHO छोड़ सकता है? उस्ताद लफ्ज़ जब हम सुनते हैं ना तो हमारे जो जहन में एक बात आती है वो रूहानी बाप का रिश्ता आता है कि हमारी तरबियत करता है। लेकिन अगर वही उस्ताद किसी की जान ले ले तो क्या होना चाहिए उसके साथ। ऐसी एक कहानी आपके सामने लेके आया हूँ कि एक शागिर्द को सिर्फ 5 लाख के लालच में आके उस बच्चे को तेज़ाब पिलाकर सड़क पर फेंक दिया जाता है। सिर्फ यही नहीं, इससे पहले उस बच्चे का अपनी बेटी के साथ चक्कर भी चलवाया जाता है और कहा जाता है कि बेटा तुम्हारी इससे शादी करवाऊँगा, तुम हमारे घर रहो। बेटा माँ की इजाज़त से उस्ताद के घर रहना शुरू कर देता है। लेकिन जब 5 लाख का मुतालबा किया जाता है कि उस्ताद जी मुझे 5 लाख दे दे, मेरी बहन की शादी है, मैंने ख़र्चा करना है, तो उस्ताद तेज़ाब पिलाकर मार देता है। बाकी कहानी क्या है, माँ जी की ज़ुबानी सुनते हैं। माँ जी इससे काम सीखा था ਜੀ ਇਹਦੇ ਨਾਲ ਸਿੱਖਿਆ ਸੀ ਕੰਮ। की ना सी दा उस्ताद दा? ਇਹਦਾ ਨਾਂ ਜੀ ਅਰਸ਼ਦ ਹੈ, ਅਰਸ਼ਦ ਠੇਕੇਦਾਰ। अरशद ठेकेदार। तो की होया, किन्ने साल काम किया? 6 साल काम करने तो बाद क्यों मारता उन्हें? ਇਹਦੀ ਇੱਕ ਕਮੇਟੀ ਨਿਕਲੀ ਸੀ ਤੇ ਕਮੇਟੀ ਦੀ ਵਜ੍ਹਾ 5 ਲੱਖ ਖਾਣ ਦੀ ਖਾਤਰ ਇਹਨੇ ਮੇਰੇ ਬੇਟੇ ਨੂੰ ਤੇਜ਼ਾਬ ਦਿੱਤਾ। ਤਾਂ ਕਿ ਮੈਨੂੰ ਨਹੀਂ ਸੀ ਇਹ ਚੀਜ਼ ਦਾ ਪਤਾ। ਜਿਨਾ ਹਸਪੀਟਲ ਉਹਨੂੰ ਲੈ ਕੇ ਜਦੋਂ ਗਏ ਨੇ ਨਾ, ਤੇ ਉਦੋਂ ਮੈਨੂੰ ਫੋਨ ਆਇਆ ਸੀ ਕਿ ਅਕਰਮ ਦੀ ਤਬੀਅਤ ਖਰਾਬ ਹੈ ਤੇ ਜਲਦੀ ਹਸਪੀਟਲ ਪਹੁੰਚ। ਮੈਂ ਹਸਪੀਟਲ ਗਈ ਹਾਂ ਤੇ ਬੱਚਾ ਮੇਰਾ ਬੇਹੋਸ਼ ਹੈ, ਕੋਈ ਹੋਸ਼ ਨਹੀਂ। ਜਿਹੜਾ ਵਿਕਾਸ ਇਹਦਾ ਸਾਲਾ ਸੀ ਨਾ, ਉਹ ਉੱਥੇ ਆਇਆ ਸੀ। ਉਹਨੂੰ ਮੈਂ ਪੁੱਛਿਆ ਸੀ ਕਿ ਬੇਟਾ ਮੇਰੇ ਬੇਟੇ ਨੂੰ ਕੀ ਹੋਇਆ, ਅਕਰਮ ਨੂੰ ਕੀ ਹੋਇਆ? ਉਹ ਕਹਿੰਦਾ ਮਾਂ ਜੀ ਮੋਟਰਸਾਈਕਲ ਤੋਂ ਡਿੱਗਿਆ, ਐਕਸੀਡੈਂਟ ਹੋਇਆ, ਠੀਕ ਹੋ ਜਾਏਗਾ। ਮੈਂ ਜੋ ਤੇ ਹਸਪਤਾਲ ਦੇ ਅੰਦਰ ਗਈ ਹਾਂ ਤੇ ਉੱਥੇ ਮੇਰਾ ਬੇਟਾ ਜਿਹੜਾ ਨਾ, ਉਹ ਡਾਕਟਰ ਨਹੀਂ ਮਿਲਣ ਦਿੱਤਾ ਤੇ ਉਹਨੇ ਕਿਹਾ ਸੀ ਮਰੀਜ਼ ਬੜਾ ਸੀਰੀਅਸ ਹੈ, ਥੋੜ੍ਹੀ ਦੇਰ ਬਾਅਦ ਆਉਣਾ। ਮੈਂ ਫਿਰ ਵਾਪਸ ਗਈ ਹਾਂ, ਮੈਂ ਕਿਹਾ ਇਹਨੂੰ ਪੁੱਛਾਂ ਤਾਂ ਸਹੀ ਵੀ ਇੰਨੀ ਜ਼ਿਆਦਾ ਸੱਟ ਚੋਟ ਲੱਗ ਗਈ। ਵਿਕਾਸ ਉਹਨੇ ਦੇਰ ਨੂੰ ਨਹੀਂ ਸੀ ਹੈਗਾ। ਐਮਰਜੈਂਸੀ ਦੇ ਵਿੱਚ ਜਦੋਂ ਆਇਆ, ਡਾਕਟਰ ਆਏ ਨੇ, ਮੈਂ ਉਹਨਾਂ ਨੂੰ ਪੁੱਛਿਆ ਤਾਂ ਉਹਨਾਂ ਕਿਹਾ ਜਿੰਨੇ ਕੋਈ ਜ਼ਹਿਰੀਲੀ ਚੀਜ਼ ਖਾਧੀ ਹੋਈ। ਮੈਂ ਫਿਰ ਥੋੜ੍ਹੀ ਦੇਰ ਬਾਅਦ ਉਹਨਾਂ ਦੀ ਰਿਪੋਰਟ ਆਉਂਦੀ ਤਾਂ ਤੁਹਾਨੂੰ ਦੱਸਣੇ ਦੇ ਰਿਪੋਰਟ ਆਈ ਹੈ ਤਾਂ ਉਹਨਾਂ ਕਿਹਾ ਜਿਹਨੂੰ ਤੇਜ਼ਾਬ ਇਹਨੇ ਪੀ ਲਿਆ। ਠੀਕ ਹੈ, ਬੇਟੇ ਨੂੰ ਕੋਈ ਥੋੜ੍ਹੀ ਦੇਰ ਬਾਅਦ, ਕੋਈ ਘੰਟੇ ਬਾਅਦ, 2 ਘੰਟੇ ਬਾਅਦ ਹੋਸ਼ ਆਈ ਹੈ। ਮੈਂ ਆਪਣੇ ਬੇਟੇ ਨੂੰ ਪੁੱਛਿਆ ਕਿ ਤੈਨੂੰ ਕੀ ਹੋਇਆ? ਉਹਨੇ ਕਿਹਾ ਜੀ ਮਾਂ ਜੀ ਮੈਨੂੰ 5 ਲੱਖ ਦੀ ਖਾਤਰ ਇਹਦੇ ਬੇਟੇ ਵਿਕਾਸ ਨੇ, ਇਹਨੇ ਆਪ ਠੇਕੇਦਾਰ ਨੇ, ਇਹਨਾਂ ਪਾਣੀ ਦੇ ਵਿੱਚ ਮੈਨੂੰ ਤੇਜ਼ਾਬ ਪਿਆ ਦਿੱਤਾ। ਵੀਡੀਓ ਬਿਆਨ ਜਾਂਦੇ ਹੋਏ ਉਹ ਦੇਖ ਗਿਆ ਸੀ ਰਿਕਾਰਡਿੰਗ। ਮੇਰੇ ਬੇਟੇ ਛੋਟੇ ਨੇ ਕੋਲ ਮੋਬਾਈਲ ਸੀ, ਉਹਨੇ ਰਿਕਾਰਡਿੰਗ ਕਰ ਲਈ। ਮੋਬਾਈਲ ਵੀਡੀਓ ਮੇਰੇ ਕੋਲ ਹੈ। 9,000 रुपया इन्होंने मेरे को पहले विकास ने लिया। इन्हें शादी ते जाना था, और मेरी मौत जिंदगी का सवाल है। इन्हों के हाथ वास्ते मैं मर गया, तो इन्हों के हाथ वास्ते विकास ने जो किया, विकास ने किया मेरे नाल। माँ जी तुसीं क्यों इजाज़त देती बच्चे नूं उत्थे रहन दी उन्हां दे घर? ਬੱਚੇ ਨੂੰ ਇਜਾਜ਼ਤ ਨਹੀਂ ਸੀ ਦਿੱਤੀ, ਆ ਵੀ ਜਾਂਦਾ ਚਲਾ। ਮੈਨੂੰ ਤਾਂ ਇਹ ਕਹਿੰਦਾ ਸੀ ਕਿ ਮੈਂ ਮਾਂ ਜੀ ਜਿਹੜਾ ਨਾ ਦਿਨ ਵੀ ਕੰਮ ਕਰਨੇ, ਅਸੀਂ ਠੇਕੇ ਚੁੱਕੇ ਨੇ, ਪਲਾਜ਼ਾ ਪੇਂਟ ਕਰ ਰੰਗ ਕਰਦੇ ਪਏ ਤੇ ਸਾਨੂੰ 1 ਸਾਲ ਉੱਥੇ ਲੱਗ ਜਾਏਗਾ। ਮੈਂ ਤਾਂ ਇਸ ਗਲਤੀ 'ਚ ਰਹੀ ਕਿ ਚਲੋ ਦਿਨ ਵੀ ਕੰਮ ਕਰਦੇ ਨੇ, ਪਲਾਜ਼ੇ ਦਾ ਨਾ ਠੇਕਾ ਠੇਕੇਦਾਰ ਨੇ ਚੁੱਕਿਆ। ਤੇ ਮੈਨੂੰ ਤਾਂ ਕਹਿੰਦੇ ਸੀ ਮੈਂ ਪਲਾਜ਼ੇ 'ਚ ਹੀ ਸੌਣਾ, ਮੈਂ ਉੱਥੇ ਹੀ ਰਹਿਣਾ। ਤੇ ਰਹਿੰਦਾ ਠੇਕੇਦਾਰ ਕੋਲ ਹੈ ਸੀ। ਠੇਕੇਦਾਰ ਨੇ ਕੋਈ ਆਪਣੀ ਬੱਚੀ ਦਾ ਕੋਈ ਚੱਕਰ ਚੁੱਕਰ ਵੀ ਚਲਾਇਆ ਸੀ? ਉਹ ਕੀ ਕਹਾਣੀ ਹੈ? ਚੱਕਰ ਇਹ ਚਲਾਇਆ ਸੀ ਕਿ ਉਹਨੂੰ ਆਪਣਾ ਕਿਹਾ ਸੀ ਮੇਰੇ ਘਰ ਰਹੇ, ਬੱਚਾ ਅੱਛਾ ਸੀ, ਮੇਰੇ ਘਰ ਰਹੇ, ਮੈਂ ਤੈਨੂੰ ਆਪਣੀ ਬੇਟੀ ਦਾ ਰਿਸ਼ਤਾ ਵੀ ਦੇਣਾ। ਮੈਂ ਗਈ ਹਾਂ, ਮੈਨੂੰ ਮੇਰੇ ਬੇਟੇ ਨੇ ਕਿਹਾ ਸੀ 5 ਲੱਖ ਜਦੋਂ ਕਮੇਟੀ ਦੇ ਕੇ ਆਇਆ ਸੀ ਤਾਂ ਮੈਨੂੰ ਕਹਿੰਦਾ ਸੀ ਮਾਂ ਜੀ ਤੁਸੀਂ ਜਾਓ ਰਿਸ਼ਤਾ ਪੁੱਛੋ, ਕਿਤੇ ਮੇਰੇ ਕੋਲ ਪੈਸੇ ਤਾਂ ਨਹੀਂ ਖਾਂਦਾ ਪਿਆ। ਮੈਂ ਗਈ ਹਾਂ, ਜਾ ਕੇ ਰਿਸ਼ਤਾ ਪੁੱਛਿਆ, ਮੰਗਣੀ ਕੀਤੀ ਹੈ, 2,000 ਰੁਪਈਆ ਤੜੀ ਤੇ ਰੱਖ ਕੇ ਆਈ ਹਾਂ, ਦਿਨ ਪਾ ਕੇ ਆਈ ਹਾਂ।
ਜਿਹੜਾ ਇਹ ਰੋਜ਼ਿਆਂ ਤੋਂ ਪਹਿਲੇ ਕੋਈ 1 ਮਹੀਨਾ ਜਿਹੜਾ ਨਾ ਸ਼ਾਦੀ ਹੋਣੀ ਸੀ, ਜਿਹਨਾਂ ਦਿਨਾਂ ਦੇ ਵਿੱਚ ਉਹਨਾਂ ਤੇਜ਼ਾਬ ਪਿਆ ਆ, ਉਸ ਦਿਨਾਂ ਦੇ ਵਿੱਚ ਉਹਦੀ ਸ਼ਾਦੀ ਸੀ, ਘਰ ਤਿਆਰੀਆਂ ਹੁੰਦੀਆਂ ਪਈਆਂ ਸ਼ਾਦੀ ਦੀ। पैसे मांगे थे, पैसों का मुतालबा किया? ਪੈਸੇ ਮੰਗੇ ਕਿ ਮੇਰੇ ਪੈਸੇ ਤੇ ਮੇਰੀ ਭੈਣ ਦੀ ਵੀ ਸ਼ਾਦੀ ਤੇ ਮੇਰੀ ਵੀ ਸ਼ਾਦੀ ਹੈ ਤੇ ਅਸੀਂ ਪੈਸੇ ਸਾਨੂੰ ਦੇ ਦੇ, ਪੈਸਿਆਂ ਦੀ ਵਜ੍ਹਾ ਤੇ ਪਰ ਉਹਨੇ ਤੇਜ਼ਾਬ ਪਿਆ। कोई और गल हुई बेटे नाल? ਬੇਟੇ ਨਾਲ ਇਹ ਜਾਂਦੇ ਇਹ ਗੱਲ ਕੀਤੀ ਸੀ ਕਿ ਜਿਹੜਾ ਨਾ ਮੈਂ ਪਹਿਲੇ ਵੀ ਕਮੇਟੀ ਇਹਨੂੰ 5 ਲੱਖ ਦੀ ਦਿੱਤੀ, ਮੈਂ 2 ਲੱਖ ਦੀ ਹੋਰ ਕਮੇਟੀ ਇੱਧਰ ਪਾਈ ਹੋਈ ਹੈ, ਉਹ ਵੀ ਮੇਰੀ ਨਿਕਲ ਆਏਗੀ ਤੇ ਮੈਂ ਲੈ ਕੇ ਜਾਂਦੇ ਇਹ ਗੱਲ ਕੀਤੀ ਸੀ ਕਿ ਮੈਨੂੰ ਇਹਨਾਂ ਤੇਜ਼ਾਬ ਪਿਆ ਹੈ ਬਸ। इतना बड़ा पाल पोस के किया तो वो जालमा ने तेज़ाब पिला के मारता। ਹਾਂਜੀ। अच्छा, हैरत की बात है कि ये सिर्फ वो हवा में नहीं बातें फेंकी जा रही, इसके साथ सबूत चल रहे हैं। आप देख सकते हैं कि वो जो बच्ची है बगैर निकाह के उस लड़के के साथ तस्वीरें खिंचवाई हुई हैं, यानी बाप इस चीज़ में मुलव्विस था कहानी में। जब पैसे मांगे गए तो उन्होंने कहा हाँ सानू तो पैसे देने पैने ने, उन पैसों की वजह से आके उस बच्चे को मार दिया। बाकी थोड़ी सी कहानी उनके एक और रिश्तेदार हमारे साथ मौजूद हैं। कैसा लड़का था वकास? सिर्फ इतनी हद तक जानते हैं कि वो एक ठेकेदार का बेटा है और बड़ा अकड़ू किस्म का है, ताकि जिस दिन थाने में हम पकड़वा के लाए हैं तो उसने मतलब एक इंसान को जो नया पकड़ा जाता है ना, उसे एक डर होता है, खौफ होता है, तो उसने मतलब बड़ा अकड़ के हमें कहा है कि बस ऐसे तुसी करना सी कर ले, हुण असीं आपे निकल जावांगे। मतलब है कि उसको थाने में भी डर नहीं था, वो बड़ा अकड़ किस्म का था जो हमने जो देखा थोड़ा सा। वो कहानी थोड़ी सी बता दे, तेज़ाब पिलाया कैसे? वकास ने जब होश में आया उसने क्या बताया कि कैसे मैं घर से मुझे बाहर फेंका, वो कहानी क्या है? जी वो इस तरह है कि जब उसकी वालदा हॉस्पिटल में गई है जी, रात को ट्रीटमेंट करते रहे डॉक्टर, जब दिन को होश में आता है, मरने से आधे घंटे की पहले की बात है, तो ये तो नहीं पता था कि ये मर जाएगा। एहतियातन उसके छोटे भाई ने वीडियो बना ली कि ये क्या कह रहा है, तो उसकी माँ ने पूछा बेटा आपने ये तेज़ाब क्यों पिया है? डॉक्टर कहते हैं तेज़ाब है, तो आपने क्यों पिया है, आपको किसने पिलाया है? तो उसने अपने ख़ुद तहरीरी बयान में, ये वीडियो रिकॉर्डिंग हमारे पास मौजूद है, तो उसने कहा ये वकास और उसके वालिद ने मुझे तेज़ाब पानी में मिला के धोखे से पिला दिया, धोखे से पिला के मुझे घर के बाहर फेंक दिया। तो मतलब है कि जब हालत ख़राब हुई है उसकी तो घर से बाहर फेंक दिया है ताकि हमारा नाम ही नहीं आएगा। ठीक है जी, वो तो अल्लाह की कुदरत और अल्लाह की मेहरबानी है कि वो उसने खुद हमें बता दिया है कि इन्होंने हमें मुझे तेज़ाब पानी में मिला के पिलाया। नहीं तो ये कहानी का पता ही ना लगता। नहीं तो बिल्कुल नहीं जी, बिल्कुल। हमने तो यही कहना था कि पता नहीं कोई ऐसी जहरीली चीज़ खा ली होगी, बस उसकी मौत होगी, हमने चुप हो जाना था, पता ही नहीं था। अगर वो लड़का हमें ना बताता, शायद अल्लाह ताला ने उसको चंद सांसें इसलिए दी थी ताकि वो बड़ा सीरियस था, बहुत सीरियस था, उसने जो मतलब उसकी कैफियत थी, और चंद सांसों में वो अपना जो उसके साथ हुआ वो हमें बता के गया, और हम मीडिया के सामने भी लाते हैं और कानून के सामने भी कह रहे हैं, तो और हमारी इस कानून पे तो कोई सुनवाई हमारी हो ही नहीं। मज़े की बात ये सारी बातें एक तरफ, सारियां गल्लां एक पासे रख दिओ ते कानून दी गल सुन लो। अल्लाह हाफिज़ है इन लोगों का कि एक सबूत सामने है, वीडियो बयान सामने है, उन लोगों को गिरफ्तार करके छोड़ दिया है। क्या कह के छोड़ दिया है? भाईजान से गिरफ्तारी पाई नहीं, जैसे गिरफ्तार किया ही नहीं, अदालतों के चक्कर खा रहे हैं, पैसे ले लिए गए हैं। ये वो पुलिस है, वो पुलिस मुलाजमीन है, आईजी साहब जिसकी तारीफ़ें करते नहीं थकते। फ़लाँ बंदा आज कर दिया, एएसपी ने ये कर दिया, एसपी साहब ने ये कर दिया, हमारे कांस्टेबल ने ये कर दिया। तो सूरत हाल ये है कि किन्ने पैसे लितने हैं उन्होंने ज़ुबानी सुन लो। इनसे भी जब इनका बच्चा यानी मरने के करीब था, तड़प रहा था, और तब भी पुलिस वाले इनसे पैसे वसूल कर रहे थे। हल्फन कह सकते हैं पुलिस वालों ने पैसे देते नहीं? जी जी बिल्कुल, हम हल्फन कह सकते हैं सर। हमने पुलिस वालों को पैसे दिए हैं, फोरेंसिक टीमों के लिए दिए हैं। उन्होंने हमें यही कहा था, रखे उसने खुद जेब में थे, लेकिन हमें उसने ये कहा कि फोरेंसिक टीमों को पैसे देने, और एक ऐसा जो लुटेर है जो आके केस लिखता है, अच्छा, जो केस बनाता है 5,000 रुपये उसको देने। ठीक है, फुद्दू खाता है ना, फुद्दू समझा होता है कि गरीब बंदा है, पढ़िया लिखा भी नहीं। आपको पता पुलिस वाले जाति काट लेंदे रहे, वो पता लग जाता उन्हें कि मंशियात फरोश है, मंशियात फरोश नहीं है, ए मारा है, गरीब है, एन पारे नू कुछ नहीं पता, लुट्टे नू ना की सी होता। अब्दुल खालक ASI, तो उसने जनाब आके पैसों की डिमांड की है। तो मैंने और भी लोगों से मशवरा किया, अपने दोस्तों जो साथ गए हुए थे रिश्तेदार, तो उन्होंने कहा यार बच्चा कत्ल हुआ पड़ा है, अब कर लेते हैं कुछ ना कुछ। वो मिक्स करके पैसे, हमने उसे पैसे दे दिए जी। ठीक है जी, उसको पैसे दे दिए। उसके बाद उन्होंने FIR काट दी, फौरी FIR काटी है। तो हमने कहा ये मुल्ज़म आपको पकड़वा देते हैं। मुल्ज़म हमने खुद जाके इस चीज़ की, हम इस चीज़ का भी हल्फ देते हैं कि मुल्ज़म हमने खुद पकड़वाए, और उनके मल्लेदारों से भी हल्फ लें, उनके मल्लेदारों को भी पता है मुल्ज़म गिरफ़्तार हुए हैं, और थाने की कैमरे चेक कर सकते हैं, मुल्ज़म आए हैं उधर गिरफ़्तार हुए हैं। ठीक है जी,
پھر ہم پوسٹ مارٹم کے لیے وہ لاش کو لے جاتے ہیں، لڑکے کو پوسٹ مارٹم کروایا ہے، پھر ہم نے دفنایا ہے، جو رسمیں ہوتی ہیں وہ کر کے 3-4 دن بعد واپس آئے ہیں۔ تو ہم تھانے کے مسلسل چکر لگا رہے ہیں، کبھی یہ سکلین شاہ SHO ہے اس کو ملتے تھے، وہ نہیں ملتا تھا، ایک دن ملا ہے ہمیں، تو کہتا یار آپ کے ساتھ انصاف ہوگا۔ ہم نے کہا جی گرفتاری ڈالیں اس کی اور ان کا مطلب چلان کریں، کوئی قانونی کارروائی کریں۔ کہتا یار میں گرفتاری نہیں ڈالوں گا، میں گرفتاری نہیں ڈالوں گا، ابھی میں چیک کر رہا ہوں۔ میں نے کہا جی ٹھیک ہے۔ اس کے بعد جو ASI ہے اس کے ساتھ ہم ملتے رہے ہیں کہ جناب آپ مہربانی کریں، اس پر گرفتاری ڈالیں، قانونی کارروائی کریں۔ اچھا یار وہ 112 کی رپورٹ نہیں آ رہی ہے، وہ پوسٹ مارٹم کی رپورٹ نہیں آ رہی ہے، اس طرح لاروں میں سر 10-11 دن لگائے ہیں۔ 10-11 دن بعد جب ہم نے دیکھا ہے تو لاکب میں بندے نہیں تھے، تو ہمیں یہ شک پڑ گیا انہوں نے بندے چھوڑ دیے۔ تو ان کے ساتھ رویہ ان کا بہت اچھا ہم دیکھ رہے تھے، تو ہم متعلقہ سیشن جج کے پاس چلے گئے بذریعہ ایک وکیل۔ تو جج صاحب نے اس پر بڑا ایکشن لیا، انہوں نے کہا فوری مجھے رپورٹ دو، بندے گرفتاری کیوں نہیں ڈال رہے ہیں؟ تو انہوں نے کہا جی گرفتاری وہ ہم کیس کو دیکھ رہے ہیں، انویسٹیگیشن کر رہے ہیں، کیس ایسا ہے ایسا ہے۔ تو انہوں نے کہا نہیں مجھے ریٹن لکھ کر دو۔ تو ریٹن آ گیا، وہ جو ہمارے پاس ثبوت موجود ہے جج صاحب کے پاس، جو اٹھانے والوں کا آیا جی بندے ہمارے پاس گرفتار ہیں، ہم انویسٹیگیشن کر رہے ہیں، یہ بھی ہمارے پاس تھانے کا والا موجود ہے، ان کا لکھا ہوا تھا۔ تو 18 تاریخ دے دی، تو اس ڈیٹ پر ہم بھی چلے گئے اور مخالف طرف سے کوئی نہیں آیا۔ تو جب ادھر سے کوئی نہیں آیا تو جج صاحب نے بڑے غصے سے کہا کہ یار فون کرو، SHO کیوں نہیں آیا؟ SHO صاحب کو فون کیا تو مطلب جج صاحب بھی سمجھ گیا کہ یہ ایسے ہی جھوٹ بول رہے ہیں۔ تو ادھر سے جواب آتا جی SHO صاحب تو لاہور میں چلے گئے۔ تو ٹھیک ہے تفتیشی کو بلاؤ، جج صاحب نے کہا، انہوں نے کہا جی تفتیشی راؤنڈ پہ گیا ہوا ہے۔ ٹھیک ہے جی، جج صاحب نے کہا تھانے میں ہے، منشی کو بلا لو، کوئی ہے اس کو بلاؤ، کہ تھانے پہ تالے لگے ہوئے ہیں، کوئی بھی تھانے نہیں۔ تو جج صاحب کے اتنے اظہار کرنے پر تو ASI عبدالخالق 3 بجے آیا۔ جب 3 بجے آیا تو وہ مطلب مجھے کہتا کہ یار ادھر آ سائڈ تے، تو میرے نال سانو مل، ٹھیک ہے تے اسی کے ملزماں نوں اگے چلان کرنے جو بھی کرنے۔ میں کہ سر اسی غریب بندے، ساڈے کول کوئی چیز نہیں ہیگی، اسی تانوں نہیں مل سکتے۔ ملان دا مطلب کوئی لین دین کا ملان سر آپ بھی سمجھتے پیسے، مطلب پیسے دیتے اسی ملزماں دے خلاف کارروائی کرنے۔ میں کہ سر اننے پیسے میرے کول نہیں ہے، اسی تو پہلے ہی بڑے غریب بندے اور ساڈے نال واقعہ ہو گیا، اسی مطلب ہے کہ پتہ نہیں انہوں نے دفنایا کس طرح۔ تے برائے مہربانی تسی ویسے قتل ہویا ہے، اندر بیان ویڈیو موجود نے، میڈیکل رپورٹ موجود ہے، پھر تسی اور کی چاہتے ہو؟ اچھا چلو ٹھیک ہے، نہیں تو پھر آ جا۔ غصے میں ہو گیا اور غصے میں ہو گیا۔ تو وہ ان پڑھ سا بندہ ہے ASI، بے شک آپ تفتیش کر سکتے۔ تو وہ جج صاحب کے پاس اندر چلا گیا، تو جج صاحب نے کہا بھی ملزموں کو گرفتاری کیوں نہیں ڈال رہے ہو، یہ لکھ کر تم نے دیا، گرفتاری کیوں نہیں ڈال گئے؟ سر ادھر حیرت کی بات ہے، بس اللہ تعالیٰ کو سب نے جواب دینا ہے، مرنا ہم سب نے، جواب سب نے دینا ہے، لیکن اس بات پہ میں اخیر پریشان ہو گیا ہوں۔ جب میں نے خود ملزم گرفتار کروائے ہیں تو ادھر جا کے وہ مکر گیا جی ملزم میں نے گرفتار ہی نہیں کی، گرفتار کیے ہی نہیں۔ جج صاحب نے غصے میں کہا کہ یہ آپ نے لکھ کر دیا ہوا مجھے۔ جی میں نے کہا تھا کہ یہ کر کے پھر تفتیش کروں گا، بدل گیا۔ تو جج صاحب نے خیر بڑے سخت اس کو آرڈر دیے، تو جو کہتا جاؤ گرفتار کرو، وہ چلا گیا۔ ہم بھی آ گئے، تو ہم جدھر وہ لڑکا ہمارا ڈیڈ باڈی جس کی ادھر پڑی، جب تیزاب پلا کر ان کو پھینکا گیا، ادھر میں اور بھی دوست گئے تھے، ان کو دکھا رہا تھا کہ ادھر، تو ادھر کے ان کے محلے دار آتے ہیں، تو وہ کہتے ہیں جی آپ نے ان کا کیا کر لیا ہے؟ وہ تو کہتے ہیں کہ 10 لاکھ روپیہ دے کے ہم نکل آئیں گے۔ تو انہوں نے SHO سکلین شاہ کو 10 لاکھ روپیہ دیے اور وہ انہوں نے چھوڑ دیا۔ جب یہ نامینیٹ FIR، سر یہ نامینیٹ 302 کی FIR نامینیٹ ملزم ہے، کوئی SHO چھوڑ سکتا ہے؟ ساتھ ہیں، صحیح بات ہے، ساتھ ہی ہیں، بغا دیا ہے۔ حیرت کی بات ہے کہ یعنی آپ پاکستان میں رہ کر کسی کو قتل کر دو گے، اس کا 5 لاکھ روپیہ 10 لاکھ روپیہ دو تے تسی فارغ ہو، کوئی کیس نہیں تاڑے تے۔ یہ چیز ہے، یعنی اس کو بھی انہوں نے کہہ دیا کہ یہ جائز ہے گا ساڈے لو، تسی بندہ مارا ہو، سانو پیسے لا دیو تے کم ہو گیا، رشوت لا دو۔ اور وہ حلفاً بات کر رہے ہیں کہ میں قسم کھا لیتا ہوں، جس کی مرضی مجھ سے قسم لے لیں، انہوں نے پیسے لیے ہیں، مجھ سے لیے ہیں۔ تو جو ظالم ہے، جنہوں نے ظلم کیا، آپ کو لگتا ہے کہ انہیں بغیر پیسوں کے چھوڑ دیا ہوگا؟ منہ کو شورا لگا ہوا ہے، جب تک شورا منہ میں نہیں نہ جاتا تو چلتے ہی نہیں ہے۔ وہ کہتے ہیں نا موٹر سائیکل پٹرول پیندی ہے، موٹر سائیکل جو پٹرول پاؤ گے تو موٹر سائیکل نے چلنا ہے، تو پولیس آلے دی جیب 'چ پیسے پاؤ گے، منہ نو شورا جائے گا تو چلنا ہے۔ بس جب تو ایک ہی نعرہ لگاؤں گا، پنجاب پولیس زندہ باد، اللہ حافظ ہے۔